ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਸੁਖਪਿੰਦਰ ਸ਼ੇਰਗਿੱਲ ਹਾਰਦਿਕ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿੱਚ। ਅੱਜ ਜਿਸ ਮੁੱਦੇ ਤੇ ਗੱਲਬਾਤ ਕਰਨੀ ਹੈ ਉਹ ਜਿੱਥੇ ਕਿਸਾਨਾਂ ਦੇ ਨਾਲ ਜੁੜਿਆ ਹੋਇਆ ਉੱਥੇ ਹੀ ਪੰਜਾਬ ਦੀ ਸਿਆਸਤ ਦੇ ਨਾਲ ਵੀ ਜੁੜਿਆ ਹੋਇਆ, ਕਿਉਂਕਿ ਕਿਸਾਨ ਨੇ ਜਿਹੜੇ ਹੁਣ ਸਿੱਧੇ ਰੂਪ ਦੇ ਵਿੱਚ ਸਿਆਸਤ ਦੇ ਵਿੱਚ ਐਂਟਰੀ ਕਰ ਚੁੱਕੇ ਨੇ। ਬੀਤੇ ਦਿਨਾਂ ਦੇ ਵਿੱਚ ਉਹਨਾਂ ਨੇ ਐਲਾਨ ਕਰ ਦਿੱਤਾ ਸੀ ਆਪਣੀ ਪਾਰਟੀ ਦਾ, ਤੇ ਹੁਣ ਸੰਭਾਵਨਾਵਾਂ ਇਹ ਨੇ ਕਿ ਆਮ ਆਦਮੀ ਪਾਰਟੀ ਦੇ ਨਾਲ ਗੱਠਜੋੜ ਹੈ ਜਿਹੜਾ ਉਹ ਲਗਭਗ ਤੈਅ ਹੈ। ਬਸ ਐਲਾਨ ਹੈ ਜਿਹੜਾ ਉਹ ਹੋਣਾ ਬਾਕੀ ਹੈ। ਇਸ ਤੋਂ ਇਲਾਵਾ ਨਰਿੰਦਰ ਤੋਮਰ ਹੋਰਾਂ ਦਾ ਇੱਕ ਬਿਆਨ ਆਇਆ ਜਿਸ ਤੋਂ ਬਾਅਦ ਲਗਾਤਾਰ ਸਿਆਸਤ ਭਖੀ ਹੋਈ ਹੈ, ਤੇ ਉਹਨਾਂ ਨੇ ਕਿਹਾ ਕਿ ਖੇਤੀ ਕਾਨੂੰਨ ਨੇ ਜਿਹੜੇ ਉਹਨਾਂ ਨੇ ਸੰਕੇਤ ਦਿੱਤੇ ਨੇ ਕਿ ਖੇਤੀ ਕਾਨੂੰਨ ਵਾਪਸ ਲਿਆਂਦੇ ਜਾ ਸਕਦੇ ਆ। ਇਹਨਾਂ ਦੋਵੇਂ ਮੁੱਦਿਆਂ ਤੇ ਗੱਲਬਾਤ ਕਰਾਂਗੇ, ਤੇ ਗੱਲਬਾਤ ਕਰਨ ਲਈ ਸਾਡੇ ਨਾਲ ਜੁੜ ਚੁੱਕੇ ਨੇ ਪ੍ਰੋਫੈਸਰ ਹਰਵਿੰਦਰ ਸਿੰਘ ਭੱਟੀ ਜੀ। ਭੱਟੀ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ। ਭੱਟੀ ਸਾਹਿਬ, ਜਿਸ ਤਰ੍ਹਾਂ ਕਿਆਸ ਰਹੀਆਂ ਸਨ ਕਿ ਕਿਸਾਨ ਆਪਣੀ ਪਾਰਟੀ ਬਣਾਉਣ ਜਾ ਰਿਹਾ, ਪਾਰਟੀ ਦਾ ਸ਼ੁਰੂਆਤ ਹੋ ਚੁੱਕੀ ਹੈ, ਐਲਾਨ ਹੋ ਚੁੱਕਿਆ, ਤੇ ਭਾਵੇਂ ਕਿ 117 ਸੀਟਾਂ ਤੇ ਚੋਣਾਂ ਲੜਨ ਦਾ ਐਲਾਨ ਕੀਤਾ, ਪਰ ਜਿਹੜੀਆਂ ਚਰਚਾਵਾਂ ਨੇ ਉਹ ਇਹ ਨੇ ਕਿ ਆਮ ਆਦਮੀ ਪਾਰਟੀ ਦੇ ਨਾਲ ਗੱਠਜੋੜ ਹੋ ਸਕਦਾ ਉਹਨਾਂ ਦਾ 30-35 ਸੀਟਾਂ ਨੂੰ ਲੈ ਕੇ, ਜਾਂ ਇਦੋਂ ਥੋੜ੍ਹੀਆਂ ਬਹੁਤ ਇੱਧਰ ਉੱਧਰ ਵੀ ਹੋ ਸਕਦੀਆਂ ਨੇ। ਪਰ ਇਹ ਮੰਨਿਆ ਜਾ ਰਿਹਾ ਕਿ ਚੋਣਾਂ ਤੋਂ ਪਹਿਲਾਂ ਜਾਂ ਚੋਣ ਜ਼ਾਬਤੇ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਨਾਲ ਕਿਸਾਨਾਂ ਦਾ ਗੱਠਜੋੜ ਹੋ ਸਕਦਾ, ਤੇ ਉਹਨਾਂ ਵੱਲੋਂ ਬਣਾਈ ਹੋਈ ਪਾਰਟੀ ਤੇ ਇਸ ਗੱਠਜੋੜ ਬਾਰੇ ਕੀ ਸੋਚਦੇ ਹੋ? ਦੇਖੋ ਜੀ ਸ਼ੇਰਗਿੱਲ ਸਾਹਿਬ, ਮੈਂ ਸਮਝਦਾ ਵੀ ਦੋ ਤਿੰਨ ਪਰਸਪੈਕਟਿਵ ਤੋਂ ਆਪਾਂ ਇਹ ਚੀਜ਼ ਦੇਖ ਸਕਦੇ ਹਾਂ। ਜੇ ਤਾਂ ਇਹਨੂੰ ਦੇਖੀਏ ਪਿਓਰ ਇਲੈਕਸ਼ਨਾਂ ਦੇ ਮੁੱਦੇ ਦੇ ਤੌਰ ਤੇ, ਤਾਂ ਮੈਨੂੰ ਲੱਗਦਾ ਹੈ ਵੀ ਇਹ ਇੱਕ ਕਿਸਮ ਦੀ ਪੋਜ਼ਿਟਿਵ ਡਿਵੈਲਪਮੈਂਟ ਹੈ ਜੀ। ਜੋ ਪੰਜਾਬ ਦੀ ਸਿਆਸਤ ਬਣੀ ਹੋਈ ਹੈ ਅੱਜ ਕੱਲ੍ਹ, ਉਹਦੇ ਪੁਆਇੰਟ ਆਫ ਵਿਊ ਨਾਲ ਵੀ ਜੇ ਦੇਖੀਏ ਕਿ ਜਿਸ ਤਰ੍ਹਾਂ ਇੱਕ ਨਵਾਂ ਹੋਰ ਆਲਟਰਨੇਟਿਵ ਜੇ ਇਮਰਜ ਕਰਦਾ ਤਾਂ ਇਹ ਪੋਜ਼ਿਟਿਵ ਚੀਜ਼ ਹੈ ਜੀ। ਪਰ ਜੇ ਆਪਾਂ ਕਿਸਾਨ ਸੰਘਰਸ਼ ਦੇ ਪੁਆਇੰਟ ਆਫ ਵਿਊ ਨਾਲ ਦੇਖੀਏ ਤਾਂ ਇਹ, ਕਿਉਂਕਿ ਉਹਨਾਂ ਦੇ ਬਿਆਨ ਆ ਹੀ ਚੁੱਕੇ ਨੇ, ਉਹ ਇਹਨੂੰ ਨੈਗੇਟਿਵਲੀ ਦੇਖ ਰਹੇ ਨੇ। ਬਹੁਤ ਸਾਰਾ ਜਿਹੜਾ ਸੰਯੁਕਤ ਕਿਸਾਨ ਮੋਰਚੇ ਦਾ ਹਿੱਸਾ ਹੈ, ਆਪਾਂ ਚਲੋ ਨੈਗੇਟਿਵਿਟੀ ਵਿੱਚ ਨਹੀਂ ਪੈਂਦੇ, ਆਪਾਂ ਇਹਦੀਆਂ ਨਿਟੀਗ੍ਰਿਟੀਜ਼ ਜਿਹੜੀਆਂ ਹੁਣ ਕੀ ਹੋਣਗੀਆਂ ਉਹਦੇ ਤੇ ਆਪਾਂ ਨਜ਼ਰ ਮਾਰ ਲੈਂਦੇ ਹਾਂ। ਮੈਨੂੰ ਲੱਗਦਾ ਹੈ ਕਿ ਇਹਨਾਂ ਦਾ ਅੰਦਰੋਂ ਅੰਦਰ ਹੀ ਸਮਝੌਤਾ ਹੋ ਚੁੱਕਿਆ ਹੈ ਜੀ। ਦੋਨੇ ਕਿਸਮ ਦੇ ਜਿਹੜੇ ਲੀਡਰ ਨੇ ਦੋਨੇ ਪਾਸਿਆਂ ਦੇ, ਉਹਨਾਂ ਦੇ ਬਿਆਨਾਂ ਤੋਂ ਵੀ ਲੱਗਦਾ ਹੈ ਉਹਦੇ ਵਿੱਚ ਇਹ ਵੀ ਸੀਟਾਂ ਦਾ ਲੈਣ ਦੇਣ ਵੀ ਹੋ ਗਿਆ ਹੋਊਗਾ, ਤੇ ਸ਼ਾਇਦ ਰਾਜੇਵਾਲ ਸਾਹਿਬ ਦਾ CM ਦਾ ਵੀ ਘੱਟੋ ਘੱਟ ਕਿਸਾਨ ਪਾਰਟੀ ਨੇ ਆਪਣੇ ਵੱਲੋਂ ਕਰਤਾ ਹੈ ਜਿਹੜਾ ਉਹਨਾਂ ਦਾ ਸੰਯੁਕਤ ਸਮਾਜ ਮੋਰਚਾ, ਤੇ ਆਪ ਵਾਲੇ ਇਹਨੂੰ ਐਕਸੈਪਟ ਕਰ ਲੈਣਗੇ, ਇਹ ਤਾਂ ਲੱਗ ਰਿਹਾ ਜੀ। ਜੇ ਇਹ ਸੀਟਾਂ ਦਾ ਠੀਕ ਟਿਕਟਾਂ ਠੀਕ ਵੰਡ ਲੈਂਦੇ ਨੇ, ਸੀਟਾਂ ਦਾ ਅਰੇਂਜਮੈਂਟ ਠੀਕ ਹੋ ਜਾਂਦਾ, ਤਾਂ ਇਹ ਇੱਕ ਅਲਟਰਨੇਟਿਵ ਦੇ ਤੌਰ ਤੇ ਇਮਰਜ ਕਰ ਰਹੇ ਨੇ। ਔਰ ਜਿਸ ਤਰ੍ਹਾਂ ਦੀ ਪੰਜਾਬ ਦੀ ਅੱਜ ਦੀ ਸਥਿਤੀ ਹੈ, ਕੱਲ ਕਿਸੇ ਨੇ ਨਹੀਂ ਦੇਖਿਆ, ਉਹਦੇ 'ਚ ਇਹ ਆਲਮੋਸਟ ਨੰਬਰ 1 ਇਲੈਕਟੋਰਲ ਸਮਝੌਤਾ ਬਣ ਸਕਦਾ ਹੈ। ਜਿੱਤਣ ਦੀ ਇਹਦੀ ਸੰਭਾਵਨਾ ਹੋ ਸਕਦੀ ਹੈ। ਸਰਕਾਰ ਜਿਸ ਤਰ੍ਹਾਂ ਦੀ ਮੁਲਕ ਦੀ ਹਾਲਤ ਹੈ, ਸਟੇਬਲ ਕਿੰਨੀ ਕੁ ਬਣੂਗੀ, ਕੀ ਕਰ ਸਕੂਗੀ, ਕੀ ਨਹੀਂ ਕਰ ਸਕੂਗੀ, ਇਹਦੇ ਬਾਰੇ ਤਾਂ ਅੱਜ ਕਹਿਣਾ ਮੁਸ਼ਕਿਲ ਹੈ। ਪਰ ਇਹਦੇ 'ਚੋਂ ਮੈਨੂੰ ਇੱਕ ਦੋ ਚੀਜ਼ਾਂ ਪੋਜ਼ਿਟਿਵ ਨਜ਼ਰ ਆ ਰਹੀਆਂ ਨੇ। ਦੇਖੋ, ਇੱਕ ਤਾਂ ਇਹਨਾਂ ਕੋਲ ਕਿਸਾਨੀ ਸੰਘਰਸ਼ ਦਾ ਇੱਕ ਤਜਰਬਾ ਹੈਗਾ ਜੀ। ਦੂਜੀ ਚੀਜ਼ ਹੈ ਕਿ ਯੂਥ ਜਿਹੜਾ ਇਹਨੇ ਇੰਨਾ ਵੱਡਾ ਹਿੱਸਾ ਲਿਆ, ਉਹਨਾਂ ਲਈ ਇੱਕ ਨਵੀਂ ਓਪਨਿੰਗ ਖੁੱਲੂਗੀ ਸਰਕਾਰ ਦੇ ਵਿੱਚ, ਇਲੈਕਟੋਰਲ ਉਹਦੇ 'ਚ ਹਿੱਸਾ ਲੈਣ ਦੀ। ਕਲਾਕਾਰ ਸੀ ਬਹੁਤ ਸਾਰਾ ਜਾਗ ਗਿਆ ਸੀ ਜਿਨ੍ਹਾਂ ਦੇ ਵਿੱਚ ਉਤਸ਼ਾਹ, ਉਹ ਸਾਰੇ ਆ ਸਕਦੇ ਨੇ ਇਹਦੇ ਵਿੱਚ। ਇੱਕ ਇਹ ਹੈ ਕਿ ਚਲੋ ਜੇ ਸਰਕਾਰ ਬਣ ਵੀ ਜਾਂਦੀ ਹੈ, ਜਿਸ ਤਰ੍ਹਾਂ ਕਾਂਗਰਸ ਦਾ ਅਕਾਲੀਆਂ ਦਾ ਆਪਸ ਦੇ ਵਿੱਚ ਇੱਕ ਵਾਰੀ ਵੱਟੇ ਜਿਹਦਾ ਬਣਿਆ ਹੋਇਆ ਸੀ ਸਿਲਸਿਲਾ, ਉਹ ਟੁੱਟੂਗਾ ਜ਼ਰੂਰ ਜੀ। ਮਤਲਬ ਸਰਕਾਰ, ਚਲੋ ਅਸੀਂ ਇਹ ਨਹੀਂ ਕਹਿ ਸਕਦੇ, ਜਿਸ ਤਰ੍ਹਾਂ ਕਿਸਾਨ ਜਥੇਬੰਦੀਆਂ ਨੇ ਤਾਂ ਕਿਹਾ ਕਿ ਕਿਸਾਨਾਂ ਦੇ ਬਹੁਤ ਮਸਲੇ ਨਹੀਂ ਹੱਲ ਕਰ ਸਕਣਗੇ, ਉਹ ਠੀਕ ਹੈ ਗੱਲ, ਪਰ ਘੱਟੋ ਘੱਟ ਇੱਕ ਕਿਸਾਨ ਵਿਰੋਧੀ ਸਰਕਾਰ ਤਾਂ ਨਹੀਂ ਬਣੂਗੀ ਜੀ, ਜਿਸ ਤਰ੍ਹਾਂ ਪਹਿਲਾਂ ਹੁੰਦੀਆਂ ਸੀ। ਕਿਸਾਨ ਪੱਖੀ ਸਰਕਾਰ ਹੋਊਗੀ। ਉਹ ਵੱਖਰੀ ਗੱਲ ਹੈ ਕਿ ਜਿਸ ਤਰ੍ਹਾਂ ਦੀ ਮੁਲਕ ਦੀ ਹਾਲਾਤ ਹੈ, ਕਿੰਨੀ ਕੁ ਸਟੇਬਲ ਬਣਦੀ ਹੈ, ਕਿੰਨੀ ਕੁ ਦੇਰ ਚੱਲਦੀ ਹੈ, ਜਾਂ ਕਿਸ ਤਰ੍ਹਾਂ ਦੇ ਇਸ਼ੂਜ਼ ਉਹ ਖੜੇ ਕਰਦੇ ਨੇ, ਕਿਸ ਤਰ੍ਹਾਂ ਦੇ ਮੁੱਦਿਆਂ ਤੇ ਫੋਕਸ ਕਰਦੇ ਨੇ। ਪਰ ਇੱਕ ਵਿੰਡੋ ਨਵੀਂ ਤਾਂ ਓਪਨ ਹੋਊਗੀ ਜੀ, ਜਿਹਦੇ ਵਿੱਚੋਂ ਜੇ ਇੱਕਦਮ ਨਹੀਂ ਤਾਂ ਲੰਬੇ ਸਮੇਂ ਦੇ ਲਈ ਕੁਝ ਚੇਂਜਸ ਜਿਹੜੀਆਂ ਆ ਸਕਦੀਆਂ ਨੇ। ਕਿਉਂਕਿ ਹੁਣ ਸਾਡਾ ਜਿਹੜਾ ਸਿਸਟਮ ਹੈ, ਚਾਹੇ ਉਹ ਪੋਲੀਟੀਕਲ ਸਿਸਟਮ ਕਹਿ ਲਓ, ਚਾਹੇ ਉਹ ਬਿਊਰੋਕ੍ਰੇਸੀ ਦਾ ਕਹਿ ਲਓ, ਚਾਹੇ ਪੁਲਿਸ ਦਾ ਕਹਿ ਲਓ, ਪੰਜਾਬ ਦੀ ਜੋ ਦਸ਼ਾ ਹੈ, ਅਸੀਂ ਬਿਲਕੁਲ ਕਗਾਰ ਤੇ ਖੜੇ ਹਾਂ ਜੀ। ਨਸ਼ਿਆਂ ਦੀ, ਗੈਂਗਿਜ਼ਮ ਦੀ, ਕ੍ਰਾਈਮ ਦੀ ਇੰਤਹਾ ਹੋਈ ਹੋਈ ਹੈ, ਔਰ ਉਹ 'ਚ ਹਰ ਲੈਵਲ ਦੇ ਸੈਕਸ਼ਨ ਸ਼ਾਮਲ ਨੇ। ਸ਼ਾਇਦ ਕੋਈ ਪੋਜ਼ਿਟਿਵ ਹਵਾ ਦਾ ਬੁੱਲਾ ਇਹਦੇ 'ਚ ਆ ਸਕੇ ਜੀ। ਮਤਲਬ ਹਾਲਾਂਕਿ ਬਹੁਤ ਸਾਰੇ ਖਤਰੇ ਨਜ਼ਰ ਆ ਰਹੇ ਨੇ ਹੁਣ ਵੀ, ਪਰ ਫਿਰ ਵੀ ਇਹ ਹੈ ਕਿ ਚਲੋ ਜੇ ਹੁੰਦਾ ਕਿ ਸਾਰੀਆਂ ਜਥੇਬੰਦੀਆਂ ਕਿਸਾਨਾਂ ਦੀਆਂ ਇਕੱਠੀਆਂ ਹੁੰਦੀਆਂ ਜਾਂ ਉਸ ਤਰ੍ਹਾਂ ਦੀ ਗੱਲ ਹੁੰਦੀ, ਹੋਰ ਗੱਲ ਸੀ। ਹੈ ਤਾਂ ਇਹਦੇ 'ਚ ਜੇ ਮਤਲਬ ਸਾਰਾ ਕੁਛ ਟਰਾਂਸਫਰਮੇਸ਼ਨਲ ਜਿਹੜੀ ਅਸੀਂ ਕਹਿੰਦੇ ਹੁੰਦੇ ਨਾ, ਕਿ ਇਹ ਮਤਲਬ ਅਜੇ ਪੱਕਾ ਕੁਛ ਨਹੀਂ ਕਿਹਾ ਜਾ ਸਕਦਾ, ਝੋਲੇ ਵਾਲਾ ਹੈਗਾ। ਪਰ ਫਿਰ ਵੀ ਮੈਂ ਆਪਣੇ ਤੌਰ ਤੇ ਸਮਝਦਾ
ਕਿ ਜੇ ਕਿਤੇ ਇਹ ਇੰਨਾ ਕੁ ਕਰ ਜਾਣ ਤਾਂ ਇਹ ਇੱਕ ਨੰਬਰ 1 ਇਲੈਕਟੋਰਲ ਫਰੰਟ ਹੋਊਗਾ। ਸੋ ਇਹ ਗੱਲਬਾਤ ਹੈ ਕਿ ਦੋਨਾਂ ਦਾ ਤਜਰਬਾ ਵੀ ਹੈ। ਜੇ ਆਪਾਂ ਦੇਖੀ ਜਾਵੇ, ਦੇਖੋ ਉਹਨਾਂ ਦਾ ਅਰਬਨ ਬੇਸ ਬਹੁਤ ਜ਼ਿਆਦਾ ਤਾਂ ਨਹੀਂ ਹੈਗਾ, ਪਰ ਫਿਰ ਵੀ ਆਪ ਦਾ ਲਗਭਗ ਲੀਡਰਸ਼ਿਪ ਥੋੜ੍ਹੀ ਜਿਹੀ ਅਰਬਨ ਹਿੱਸਾ ਵੀ ਹੈਗਾ, ਇਹਨਾਂ ਕੋਲ ਪੇਂਡੂ ਹਿੱਸਾ ਹੈਗਾ। ਦੋਨਾਂ ਦਾ ਜਿਵੇਂ ਕਹਿ ਸਕਦੇ ਹਾਂ ਜੱਟ ਤੇ ਬਾਣੀਏ ਦਾ ਸਮਝੌਤਾ ਹੋ ਸਕਦਾ ਹੈ ਉਸ ਤਰੀਕੇ ਦੇ ਨਾਲ। ਇਹ ਇੱਕ ਫਾਰਮੀਡੇਬਲ ਚੈਲੰਜ ਕਾਂਗਰਸ ਨੂੰ ਵੀ ਤੇ ਅਕਾਲੀਆਂ ਨੂੰ ਵੀ ਬਣ ਗਏ ਅੱਜ ਦੀ ਡੇਟ 'ਚ, ਜਿਸ ਤਰ੍ਹਾਂ ਲੱਗ ਰਿਹਾ ਹੈ। ਜੇ ਕਿਤੇ ਠੀਕ ਠਾਕ ਗਣਿਤ ਆਪਣਾ ਕਰ ਜਾਣ ਆਪਸ ਵਿੱਚ, ਕਿਉਂਕਿ ਬਹੁਤ ਵੱਡੀ ਗੱਲ ਮੈਂ ਦੇਖਿਆ ਸਿਆਸੀ ਪਾਰਟੀਆਂ ਦੇ ਵਿੱਚ ਇਹਨਾਂ ਸਾਰੀਆਂ ਚੀਜ਼ਾਂ ਜਿਹਨਾਂ ਨੂੰ ਦੇਖਣ ਨੂੰ ਤਾਂ ਕਈ ਵਾਰ ਮੁੱਦੇ ਹੁੰਦੇ ਨੇ, ਅੰਦਰੋਂ ਈਗੋ ਦਾ ਝਗੜਾ ਹੁੰਦਾ ਬਹੁਤ ਸਾਰਾ। ਜੇ ਥੋੜਾ ਜਿਹਾ ਖੁੱਲ੍ਹ ਦਿਲੀ ਨਾਲ, ਬਰੌਡ ਮਤਲਬ ਮਾਈਂਡਡ ਹੋ ਕੇ, ਖੁੱਲੇ ਦਿਲ ਦੇ ਨਾਲ ਸਾਰਿਆਂ ਨੂੰ ਗਲੇ ਲਾ ਕੇ ਇਕੱਠੇ ਹੋ ਕੇ ਚੱਲ ਪੈਣ ਤਾਂ ਇਹ ਸਰਕਾਰ ਬਣਾ ਸਕਦਾ ਹੈ। ਇਹ ਸੰਭਾਵਨਾ ਹੈਗੀ। ਯਾਰ ਲੋਕਾਂ ਨੂੰ ਇੱਕ ਕਿਸਮ ਦਾ ਚਾਅ ਵੀ ਹੈ, ਲੋਕਾਂ ਦੇ ਵਿੱਚ ਇੱਕ ਇਹ ਵੀ ਹੈ ਕਿ ਜਿਹੜੀਆਂ ਟ੍ਰੈਡੀਸ਼ਨਲ ਪਾਰਟੀਆਂ ਨੇ ਉਹੀ ਲੀਡਰ ਵਾਰ-ਵਾਰ ਉਹੀ ਚਿਹਰੇ ਆਈ ਜਾ ਰਹੇ ਨੇ, ਉਹੀ ਗੱਲਾਂ ਕਰੀ ਜਾਂਦੇ ਨੇ, ਉਹੀ ਮਸਲੇ ਖੜੇ ਕਰੀ ਜਾ ਰਹੇ ਨੇ। ਸ਼ਾਇਦ ਥੋੜਾ ਜਿਹਾ ਕੋਈ ਡਿਫਰੈਂਟ ਕਿਸਮ ਦਾ ਮਤਲਬ ਸੁੱਖ ਦਾ ਸਾਹ ਲੋਕਾਂ ਨੂੰ ਆਵੇ, ਉਹਦੇ ਚੋਂ ਸ਼ਾਇਦ ਅੱਗੇ ਫਿਰ ਹੋਰ ਚੰਗੀਆਂ ਸੰਭਾਵਨਾਵਾਂ ਬਣ ਜਾਣ। ਇਹ ਗੁੰਜਾਇਸ਼ ਹੈਗੀ ਹੈ। ਅੱਛਾ ਭੱਟੀ ਸਾਹਿਬ, ਜਿਸ ਤਰ੍ਹਾਂ ਉਹ ਅਸੀਂ ਪਿਛਲੀਆਂ ਚੋਣਾਂ ਦੇ ਵਿੱਚ ਦੇਖਦੇ ਆਏ ਹਾਂ, ਪਿਛਲੇ ਸਮੇਂ ਦੇ ਵਿੱਚ ਸਿਆਸਤ ਦੇ ਵਿੱਚ ਦੇਖਦੇ ਆਏ ਹਾਂ ਕਿ ਜਿਹੜਾ ਵੱਧ ਸੀਟਾਂ ਤੇ ਚੋਣ ਲੜਦੀ ਹੈ ਜਿਹੜੀ ਪਾਰਟੀ ਗਠਜੋੜ ਦੇ ਵਿੱਚ, ਪਿਛਲੇ ਦਿਨਾਂ ਦੇ ਵਿੱਚ ਜਿਹੜਾ ਅਕਾਲੀ ਦਲ ਤੇ ਬੀਜੇਪੀ ਦਾ ਗਠਜੋੜ ਹੁੰਦਾ ਸੀ ਉਹਦੇ ਵਿੱਚ ਵੀ ਦੇਖਿਆ, ਜਾਂ ਦੇਸ਼ ਪੱਧਰ ਤੇ ਦੇਖੀਏ ਤਾਂ ਜਿਹੜੀ ਪਾਰਟੀ ਦੀਆਂ ਜ਼ਿਆਦਾ ਸੀਟਾਂ ਤੇ ਲੜਦੀ ਹੈ ਉਸੇ ਦਾ ਉਮੀਦਵਾਰ ਮੁੱਖ ਮੰਤਰੀ ਦਾ ਉਮੀਦਵਾਰ ਹੁੰਦਾ। ਫਿਰ ਇਸ ਦੇ ਵਿੱਚ ਸੰਭਾਵਨਾ ਕਿਵੇਂ ਬਣ ਸਕਦੀ ਹੈ ਕਿ ਇਹ ਮੰਨ ਲਓ ਕਿ 30 ਸੀਟਾਂ ਸੰਯੁਕਤ ਹੋ ਕੇ ਲੜਦੇ ਆ ਤਾਂ ਫਿਰ ਬਾਕੀ ਤੇ ਤਾਂ ਆਮ ਆਦਮੀ ਪਾਰਟੀ ਲੜ ਰਹੀ ਹੈ ਜੀ, ਤੇ ਫਿਰ ਭਗਵੰਤ ਮਾਨ ਮਤਲਬ ਕਿਸ ਤਰ੍ਹਾਂ ਸਵੀਕਾਰ ਹੋਊਗਾ? ਕਿਉਂਕਿ ਲਗਾਤਾਰ ਪੰਜਾਬ ਦੇ ਜਿਹੜੇ ਆਮ ਆਦਮੀ ਪਾਰਟੀ ਦੇ ਵਰਕਰ ਨੇ ਜਾਂ ਪੰਜਾਬੀ ਨੇ ਬਹੁਤ ਵੱਡੇ ਪੱਧਰ ਤੇ ਜਿਹੜੇ ਵੀ ਆਮ ਆਦਮੀ ਪਾਰਟੀ ਨੂੰ ਚਾਹੁੰਦੇ ਨੇ, ਉਹਨਾਂ ਨੂੰ ਚਾਹੁਣ ਵਾਲੇ ਇਹ ਕਹਿੰਦੇ ਆ ਕਿ ਜ਼ਿਆਦਾਤਰ ਦੀ 90% ਆਪਾਂ ਕਹਿ ਸਕਦੇ ਹਾਂ ਕਿ ਇਹ ਮੰਗ ਹੈ ਕਿ ਭਗਵੰਤ ਮਾਨ ਹੋਰੀ ਸੀਐਮ ਦਾ ਚਿਹਰਾ ਹੋਣੇ ਚਾਹੀਦੇ ਆ। ਫਿਰ ਰਾਜੇਵਾਲ ਸਾਹਿਬ ਨੂੰ ਕਿਸ ਤਰ੍ਹਾਂ ਸਵੀਕਾਰ ਕਰਨ ਦੀਆਂ ਸੰਭਾਵਨਾਵਾਂ ਬਣਦੀਆਂ ਨੇ? ਕਿਉਂਕਿ ਗਠਜੋੜ ਇਸ ਗੱਲ ਤੇ ਜ਼ਰੂਰ ਫਸੇਗੀ ਗਰਾਰੀ, ਕਿਉਂਕਿ ਵੀ ਦੋਵਾਂ ਦੇ ਵਿੱਚੋਂ ਸੀਐਮ ਦਾ ਕੈਂਡੀਡੇਟ ਕੌਣ ਹੋਏਗਾ? ਦੇਖੋ ਗੱਲ ਇਹ ਹੈ ਜੀ ਕਿ ਅਜੇ ਬਹੁਤ ਅਰਲੀ ਹੈ ਗੱਲ ਕਹਿਣੀ ਜੀ, ਪਰ ਮੈਨੂੰ ਲੱਗਦਾ ਹੈ ਵੀ ਭਗਵੰਤ ਮਾਨ ਨੂੰ ਫੋਰਸ ਕੀਤਾ ਜਾਊਗਾ ਕਿ ਉਹ ਵੱਡੇ ਹਿੱਤਾਂ ਨੂੰ ਧਿਆਨ 'ਚ ਰੱਖਦੇ ਹੋਏ ਕੁਰਬਾਨੀ ਦੇਵੇ ਜੀ। ਉਹਦੇ ਕਈ ਲੌਜਿਕ ਬਣ ਜਾਊਗੀ ਕਿ ਉਹ ਛੋਟਾ ਵੀ ਹੈ, ਉਹਦੀ ਉਮਰ ਘੱਟ ਹੈ, ਕੋਈ ਚਾਂਸ ਹੈਗੇ। ਰਾਜੇਵਾਲ ਸਾਹਿਬ ਕੋਈ ਚਾਂਸ ਨਹੀਂ ਹੈਗੇ, ਉਹਨਾਂ ਦਾ ਤਜਰਬਾ ਹੈ, ਕਿਸਾਨੀ ਹਿੱਸੇ ਨੂੰ ਲੈ ਆਉਣਗੇ। ਸੀਟਾਂ ਦਾ ਵੀ ਇਹ ਅੰਦਾਜ਼ਾ ਹੀ ਨੇ ਨਾ ਕਿ 35-40 ਹੋਣਗੇ ਜਾਂ ਨਹੀਂ ਹੋਣਗੇ, ਵਿੱਚ ਇੰਡੀਪੈਂਡੈਂਟ ਵੀ ਖੜੇ ਹੋਣਗੇ ਜਿਨ੍ਹਾਂ ਨੂੰ ਸੀਟਾਂ ਟਿਕਟ ਆਪ ਨਹੀਂ ਦਊ, ਉਹਨਾਂ ਦੇ ਵੀ ਝਗੜੇ ਖੜੇ ਹੋਣਗੇ। ਕੋਈ ਇੱਧਰੋਂ ਉੱਧਰ ਵੀ ਜਾਣਗੇ, ਕਿਸਾਨਾਂ ਵੱਲ ਵੀ ਆਉਣਗੇ, ਕਿਸਾਨਾਂ ਵੱਲੋਂ ਵੀ ਉੱਧਰ ਜਾਣਗੇ। ਇਹ ਅਜੇ ਚੱਲੂਗਾ ਇਹ ਸਿਲਸਿਲਾ। ਮੈਂ ਉਹੀ ਕਹਿੰਦਾ ਵੀ ਜੇ ਉਹਨੂੰ ਸਕਸੈਸਫੁਲੀ ਹੈਂਡਲ ਕਰ ਗਏ ਜੀ, ਫਿਰ ਇਹ ਹੈ ਕਿ ਜਿਹੜੀਆਂ ਇਹਨਾਂ ਦੇ ਵਿੱਚ ਜਿਹੜੀਆਂ ਜਥੇਬੰਦੀਆਂ ਨੇ ਬਹੁਤ ਸਾਰੀਆਂ ਪਾਰਟੀਆਂ ਦੀਆਂ ਨੇ, CPI ਹੈ, CPM ਹੈ, ਅਕਾਲੀ, ਕਾਂਗਰਸ ਨਾਲ ਵੀ ਰਿਲੇਟਡ ਸੀਗੇ। 3 ਜਥੇਬੰਦੀਆਂ ਆਈਆਂ ਵੀ ਨਹੀਂ ਅਜੇ, ਜਿਹੜੀਆਂ 25 ਕਹਿ ਰਹੇ ਸੀ ਨਾ, 22 ਹੋਈ ਨੇ ਅਜੇ ਤੱਕ ਤਾਂ ਜੀ। ਸੋ ਇਹ ਹੈ ਤਾਂ ਨਿਟੀ-ਗ੍ਰਿਟੀਜ਼ ਤਾਂ ਬਹੁਤ ਹੈਗੀਆਂ ਨੇ, ਪਰ ਮੇਰਾ ਅੰਦਾਜ਼ਾ ਹੈ ਕਿ ਰਾਜੇਵਾਲ ਸਾਹਿਬ ਬਹੁਤ ਗਿਣਤੀ ਕਰਕੇ ਚੱਲਣ ਵਾਲੇ ਬੰਦੇ ਨੇ। ਉਹ ਬਿਨਾਂ ਫੂਕ ਮਾਰੇ ਪੈਰ ਨਹੀਂ ਰੱਖਦੇ। ਸੋ ਇਹ ਹੁਣ ਨਹੀਂ ਚੱਲਿਆ ਸਿਲਸਿਲਾ, ਇਹਦੇ ਮੋਰਚੇ ਦੇ ਨਾਲ ਹੀ ਚੱਲ ਰਿਹਾ ਸੀ ਜੀ। ਆਪ ਵਾਲਿਆਂ ਨੇ ਵੀ ਉੱਥੇ ਲੰਗਰ ਸ਼ੰਗਰ ਲਾਏ ਹੋਏ ਸੀ, ਟੈਂਟ ਸ਼ੈਂਟ ਲਾਏ ਹੋਏ ਸੀ, ਮਤਲਬ ਇੱਕ ਅੰਦਰੋਂ ਅੰਦਰ ਇਹਨਾਂ ਦਾ ਇੱਕ ਰਾਬਤਾ ਹੋਣਾ ਹੀ ਹੈ ਪਹਿਲਾਂ ਵੀ ਜੀ। ਪਰ ਹੁਣ ਜਿਹੜਾ ਹੈ ਉਹਦੇ ਵਿੱਚ ਮੇਰਾ ਖਿਆਲ ਇਹ ਹੈ ਕਿ ਆਪ ਨੂੰ ਇਹ ਕਹਿਣਗੇ ਚਾਹੇ ਉਹ ਸੀਟਾਂ ਵੱਧਦੇ ਨੇ, ਪਰ ਸੀਐਮ ਦੇ ਚਿਹਰੇ ਦੇ ਉੱਪਰ ਮੇਰਾ ਖਿਆਲ ਹੈ ਵੀ ਇਹ ਰੇੜਕਾ ਪਊਗਾ ਜੀ। ਭਗਵੰਤ ਮਾਨ ਦਾ ਮੈਨੂੰ ਲੱਗਦਾ ਹੈ ਕਿ ਭਗਵੰਤ ਮਾਨ ਨੂੰ ਫੋਰਸ ਕੀਤਾ ਜਾਊਗਾ ਕਿ ਉਹ ਆਪਣਾ ਕਲੇਮ ਛੱਡ ਦੇਵੇ, ਫੇਰ ਕਰ ਲਵੇ, ਉਹਨੂੰ ਹੋਰ ਕਿਸੇ ਤਰੀਕੇ ਨਾਲ ਕੰਪਨਸੇਟ ਕਰਨ ਦਾ ਹੋਊਗਾ। ਇਹ ਇੱਕ ਇਸ਼ੂ ਹੈ, ਇਸ਼ੂ ਹੋਰ ਵੀ ਇਦਾਂ ਦੇ ਬਹੁਤ ਹੋਣਗੇ। ਇਸ਼ੂ ਇਹ ਵੀ ਹੈ ਕਿ ਜਿਹੜੀਆਂ ਜਥੇਬੰਦੀਆਂ ਨਹੀਂ ਹਿੱਸਾ ਲੈ ਰਹੀਆਂ ਉਹਨਾਂ ਨਾਲ, ਜਿਸ ਤਰ੍ਹਾਂ ਡੱਲੇਵਾਲ ਸਾਹਿਬ ਨਾਲ ਪਿਛਲੇ ਦਿਨੀ ਬੇਸਵਾਦੀ ਹੋ ਗਈ ਸੀ, ਜੇ ਉਹਨਾਂ ਨਾਲ ਬੇਸਵਾਦੀ ਵਾਲਾ ਰਿਸ਼ਤਾ ਖੜਾ ਕਰ ਲੈਂਦੇ ਨੇ ਜਾਂ ਦੂਜੀਆਂ ਪਾਰਟੀਆਂ ਕੋਸ਼ਿਸ਼ ਵੀ ਕਰਨਗੀਆਂ ਤਾਂ ਇਹਨਾਂ ਦੇ ਉੱਪਰ ਇਹ ਵੀ ਲੱਗੂ ਇੱਕ ਬਸ ਪੋਜ਼ਿਟਿਵ ਚੀਜ਼ ਹੈ ਕਿ ਜੀ ਇਹਨਾਂ ਦਾ ਤਜਰਬਾ ਹੈ ਕਿਸਾਨ ਸੰਘਰਸ਼ ਦਾ, ਇੰਨਾ ਵੱਡਾ ਚਿਹਰਾ, ਪਰ ਨਾਲ ਇਹ ਵੀ ਲੱਗੂ ਕਿ ਜੀ ਉਹਨੂੰ ਵੇਚ ਰਹੇ ਨੇ ਜੀ। ਇਹ ਚੀਜ਼ ਵੀ ਚੱਲੂ ਨਾ ਕਿ ਉਹਦੇ ਨਾਲ ਉਹਨਾਂ ਦੇ ਕੁਛ ਦੇ ਬਿਆਨ ਨੂੰ ਰਾਣਾ ਸਾਹਿਬ ਦਾ ਮੈਂ ਦੇਖਿਆ, ਦਰਸ਼ਨਪਾਲ ਦਾ ਦੇਖਿਆ, ਉਹ ਇਹ ਵੀ ਕਹਿ ਰਹੇ ਨੇ ਕਿ ਇਹਨਾਂ ਨੇ ਸਾਡੇ ਜਿਹੜਾ ਮਕਸਦ ਹੈ ਉਹਨੂੰ ਛੱਡਤਾ। ਪਰ 15 ਤਰੀਕ ਨੂੰ ਮੀਟਿੰਗ ਵੀ ਰੱਖੀ ਹੈ ਸੰਯੁਕਤ ਕਿਸਾਨ ਮੋਰਚਾ, ਇਹਦਾ ਕੀ ਵਿਊ ਲੈਂਦਾ ਓਵਰਆਲ, ਇਹਦਾ ਵੀ ਅਸਰ ਪਊਗਾ। ਪਰ ਮੈਂ ਤਾਂ ਸਿਰਫ ਇਹ ਗੱਲ ਕਹਿ ਰਿਹਾ ਸੀ ਕਿ ਜੇ ਇਹ ਸਾਰੀਆਂ ਚੀਜ਼ਾਂ ਨੂੰ ਸਪੀਅਰ ਹੈਡ ਕਰਦੇ ਹੋਏ ਅੱਗੇ ਲੰਘ ਕੇ
ਠੀਕ ਟਿਕਟਾਂ ਵੰਡ ਲੈਣ, ਠੀਕ ਗਿਣਤੀਆਂ ਹੋ ਜਾਣ, ਜਾਂ ਕਿਸਾਨ ਜਥੇਬੰਦੀਆਂ ਵੀ ਇਹਨਾਂ ਬਾਰੇ ਨੈਗੇਟਿਵ ਨਾ ਬੋਲਣ, ਤਾਂ ਇਹ ਗੁੰਜਾਇਸ਼ ਹੈਗੀ ਹੈ ਕਿ ਲੋਕ, ਕਿਉਂਕਿ ਤਬਦੀਲੀ ਚਾਹੁੰਦੇ ਨੇ ਜੀ, ਲੋਕ ਅੱਕੇ ਪਏ ਨੇ ਇਸ ਗੱਲ ਤੋਂ ਕਿ ਪੁਰਾਣੇ ਜਿਹੜੇ ਲੀਡਰ ਨੇ ਉਹਨੂੰ ਦੇਖ ਕੇ, ਤੁਸੀਂ ਦੇਖੋ ਨਾ ਚੰਨੀ ਹਾਲਾਂਕਿ ਪੁਰਾਣਿਆਂ 'ਚ ਹੀ ਆਉਂਦਾ ਜੀ, ਉਹਨੇ ਥੋੜ੍ਹੀਆਂ ਨਵੀਆਂ ਗੱਲਾਂ ਕਰੀਆਂ, ਉਹਨੂੰ ਬੜਾ ਰਿਸਪੌਂਸ ਮਿਲ ਰਿਹਾ ਜੀ। ਸੋ ਲੋਕ ਜਿਹੜੀ ਉਹ ਇੱਕ ਪੋਲਿਟਿਕਸ ਸੀ ਕਿ ਪਹਿਲਾਂ ਮੁੱਦੇ ਦੋ ਫਿਕਸਡ ਨੇ, ਚਿਹਰੇ ਫਿਕਸਡ ਨੇ, ਆਪਸ ਵਿੱਚ ਉਹਨਾਂ ਦੀ ਲੈਣ ਦੇਣ ਹੋ ਜਾਂਦੀ ਹੈ, ਉਹਦੇ ਤੋਂ ਦੁਖੀ ਨੇ ਲੋਕ, ਉਹਦੇ ਚੋਂ ਇੱਕ ਚਾਂਸ ਇਹਨਾਂ ਦਾ ਬਣ ਰਿਹਾ, ਮਤਲਬ ਇਹ ਹੋ ਸਕਦਾ ਹੈ। ਬਾਕੀ ਇਹ ਇਸ਼ੂ ਤਾਂ ਰਹਿਣਗੇ, ਦੇਖੋ ਇਹ ਤਾਂ ਸਿਆਸਤ ਦੇ ਇਸ਼ੂ ਨੇ ਕਿ ਕਿੱਧਰਲੇ ਪਾਸੇ ਨੂੰ ਚੀਜ਼ ਚੱਲਦੀ ਹੈ, ਕਿਹੜੇ ਵੋਟਰ, ਕਿੰਨੇ ਸੈਕਸ਼ਨ ਨੇ। ਦੇਖੋ 500 ਬੰਦਾ ਫਰੇਜ ਹੋਊਗਾ, 117 ਸੀਟਾਂ ਨੇ, ਉਹ ਚੋਂ ਕਈ ਇੰਡੀਪੈਂਡੈਂਟ ਵੀ ਖੜਨਗੇ, ਕਈਆਂ ਨੂੰ ਟਿਕਟ ਨਹੀਂ ਮਿਲੂਗੀ, ਕਈ ਦੂਜੀਆਂ ਪਾਰਟੀਆਂ ਵੱਲ ਚਲੇ ਜਾਣਗੇ, ਇਦਾਂ ਦਾ ਕੁਝ ਤਾਂ ਚੱਲਣਾ ਹੀ ਹੈ। ਪਰ ਫਾਈਨਲੀ ਜਦੋਂ ਟੀਮਾਂ ਬਣ ਕੇ ਮੈਦਾਨ 'ਚ ਆਉਂਦੀਆਂ ਨੇ, ਅੱਜ ਦੀ ਮਤਲਬ ਮਿਤੀ ਦੇ ਵਿੱਚ ਇਹ ਪੋਜੀਸ਼ਨ ਹੈ ਕਿ ਇਹਨਾਂ ਦਾ ਐਜ ਹੈਗਾ, ਇਹਨਾਂ ਦੇ ਉੱਪਰ ਦੋਸ਼ ਘੱਟ ਨੇ, ਇਹਨਾਂ 'ਚੋਂ ਕਰਪਟ ਕੋਈ ਨਹੀਂ ਹੈ, ਇਹਨਾਂ ਦੇ ਨਾਲ ਕੋਈ ਸਕੈਂਡਲਸ ਗੱਲਾਂ ਜੋੜੀਆਂ ਜਾਣਗੀਆਂ ਪਰ ਨਹੀਂ ਹਨ ਅਜੇ ਤੱਕ ਜੀ। ਬਾਕੀਆਂ ਦਾ ਤਾਂ ਕਿਰਦਾਰ ਆਪਣੇ ਸਾਹਮਣੇ, ਤਾਂ ਇੱਕ ਦੂਜੇ ਦੇ ਮਗਰ ਮਤਲਬ ਪੁਲਿਸ ਪਾ ਰਿਹਾ, ਕੋਈ ਕੁਛ ਕਰ ਰਿਹਾ, ਮਤਲਬ ਉਹਦਾ ਹੱਥੋਂ ਪਾਈ ਤੇ ਉਤਰੇ ਹੋਏ ਨੇ। ਸੋ ਇਹ ਚੀਜ਼ ਦਾ ਮੈਨੂੰ ਲੱਗਦਾ ਕਿ ਥੋੜਾ ਜਿਹਾ ਸ਼ਾਇਦ ਜੇ ਇਹ ਸਵੱਛ ਐਡਮਿਨਿਸਟ੍ਰੇਸ਼ਨ ਦਾ, ਸਵੱਛ ਸਿਆਸਤ ਦਾ ਵਾਅਦਾ ਕਰਨ, ਜੇ ਉਹ ਚੋਂ 25% ਵੀ ਕਰ ਜਾਣ, ਬਹੁਤ ਆਸ ਨਹੀਂ ਹੈ, ਕੋਈ ਇਨਕਲਾਬ ਨਹੀਂ ਇਹਦੇ ਨਾਲ ਆ ਜਾਣਾ, ਪਰ ਥੋੜਾ ਜਿਹਾ ਕਈ ਵਾਰ ਇਹ ਹੁੰਦਾ ਕਿ ਰੁਖ ਹੀ ਬਦਲ ਜਾਵੇ ਹਵਾ ਦਾ, ਇੰਨਾ ਕੁ ਵੀ ਬਹੁਤ ਹੈ। ਜੇ ਇੰਨਾ ਕਰ ਜਾਣਾ ਉਹ ਵੀ ਇਹਨਾਂ ਦੀ ਪ੍ਰਾਪਤੀ ਹੋਊਗੀ ਜੀ। ਬਾਕੀ ਦੇਖੋ ਇਹ ਹੈ ਕਿ ਮਾਲਕ ਦੀ ਰਜ਼ਾ ਹੈ, ਉਹ ਕਹਿੰਦੇ ਹੁੰਦੇ ਨੇ ਵੀ ਜਲ ਤੇ ਥਲ ਕਰ, ਥਲ ਤੇ ਕੁਆਂ, ਕੂਪ ਤੇ ਮਿਹਰ ਕਰਾਵੇ, ਧਰਤੀ ਤੇ ਅਸਮਾਨ ਚੜਾਵੇ, ਚੜੇ ਅਸਮਾਨ ਗਰਾਵੇ। ਪਤਾ ਨਹੀਂ ਉਹਨੇ ਕਿਹਨੂੰ ਚਾੜਨਾ, ਕਿਹਨੂੰ ਉਤਾਰਨਾ, ਤਾਂ ਰੱਬ ਜਾਣਦਾ। ਅੱਛਾ ਭੱਟੀ ਸਾਹਿਬ, ਇੱਕ ਚੀਜ਼ ਹੋਰ, ਖੇਤੀ ਕਾਨੂੰਨਾਂ ਦੇ ਚੱਲਦਿਆਂ ਜਦੋਂ ਖੇਤੀ ਕਾਨੂੰਨ ਕੇਂਦਰ ਲੈ ਕੇ ਆਇਆ, ਉਦੋਂ ਬਾਅਦ ਪੰਜਾਬ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਅੰਦੋਲਨ ਚੱਲਿਆ। ਫਿਰ ਪੰਜਾਬ ਦੀ ਅਗਵਾਈ ਦੇ ਵਿੱਚ ਅੰਦੋਲਨ ਦਿੱਲੀ ਦੀਆਂ ਬਰੂਹਾਂ ਤੇ ਬੜੇ ਸ਼ਾਨਦਾਰ ਤਰੀਕੇ ਨਾਲ ਲੜਿਆ ਗਿਆ ਤੇ ਆਖਰਕਾਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੇ ਮੋਦੀ ਸਾਹਿਬ ਮਾਫੀ ਮੰਗ ਲੈਂਦੇ ਆ ਤੇ ਖੇਤੀ ਕਾਨੂੰਨ ਰੱਦ ਕਰਨ ਦਾ ਐਲਾਨ ਕਰ ਦਿੰਦੇ ਆ। ਕਿਤੇ ਨਾ ਕਿਤੇ ਸਿੱਖਾਂ ਨੂੰ ਕਹਿੰਦੇ ਖੁਸ਼ ਕਰਨ ਦੀ ਕੋਸ਼ਿਸ਼ ਸੀ। ਤੇ ਹੁਣ ਚਰਚਾਵਾਂ ਇਹ ਵੀ ਨੇ ਕਿ ਕਹਿੰਦੇ ਕਿ ਬੀਜੇਪੀ ਐਂਟਰੀ ਮਾਰ ਸਕਦੀ ਹੈ ਪੰਜਾਬ ਦੇ ਵਿੱਚ, ਚੰਡੀਗੜ੍ਹ ਹੈ ਜਿਹੜਾ ਉਹ ਪੰਜਾਬ ਨੂੰ ਦਿੱਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਜਿਹੜਾ ਕਿਸਾਨਾਂ ਦਾ ਪੂਰਨ ਕਰਜ਼ਾ ਮਾਫੀ ਦਾ ਐਲਾਨ ਵੀ ਕਹਿੰਦੇ ਵੀ ਮੋਦੀ ਸਾਹਿਬ ਕਰ ਸਕਦੇ ਆ ਬਹੁਤ ਜਲਦ। ਉਹ ਕਹਿੰਦੇ ਕਿ ਪੰਜਾਬ ਦਾ ਗੇੜਾ ਮਾਰਨਗੇ। ਪਰ ਇਸ ਦੇ ਚੱਲਦਿਆਂ ਨਰਿੰਦਰ ਤੋਮਰ ਹੋਰਾਂ ਦਾ ਬਿਆਨ ਆਇਆ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਅਸੀਂ ਕਾਨੂੰਨ ਲੈ ਕੇ ਆਏ ਸੀ ਪਰ ਕੁਝ ਨੂੰ ਪਸੰਦ ਨਹੀਂ ਆਇਆ, ਹੁਣ ਅਸੀਂ ਕੋਸ਼ਿਸ਼ ਕਰਦੇ ਰਹਾਂਗੇ, ਕਹਿੰਦੇ ਕਿ ਚੰਗਾ ਕਰਨ ਦੀ। ਇੱਕ ਤਰ੍ਹਾਂ ਦੇ ਅਸਿੱਧੇ ਜਿਹੇ ਰੂਪ 'ਚ ਉਹਨਾਂ ਨੇ ਸੰਕੇਤ ਦਿੱਤੇ ਕਿ ਉਹ ਹੁਣ ਹੋਰ ਤਿਆਰੀ ਨਾਲ ਆ ਰਹੇ ਨੇ, ਹੋਰ ਪੱਕੇ ਪੈਰੀ ਆ ਰਹੇ ਨੇ ਖੇਤੀ ਕਾਨੂੰਨਾਂ ਨੂੰ ਲੈ ਕੇ। ਇਸ ਤਰ੍ਹਾਂ ਦਾ ਬਿਆਨ ਹੈ ਜਿਹੜਾ ਨਰਿੰਦਰ ਤੋਮਰ ਹੋਰਾਂ ਦਾ ਆਇਆ। ਤੇ ਦੂਸਰੇ ਪਾਸੇ ਕਿਸਾਨ ਜਥੇਬੰਦੀਆਂ ਦਾ ਇਸ ਤਰ੍ਹਾਂ 22 ਜਿੱਥੇ ਆ ਗਈਆਂ ਨੇ ਤੇ ਬਾਕੀ ਇਹਨਾਂ ਦੇ ਵਿਰੋਧ ਦੇ ਵਿੱਚ ਹੀ ਨੇ। ਵਿਰੋਧ ਭਾਵੇਂ ਸਿੱਧੇ ਰੂਪ 'ਚ ਨਹੀਂ ਕੀਤਾ ਪਰ ਸਿੱਧੇ ਰੂਪ ਦੇ ਵਿੱਚ ਬਿਆਨ ਨੇ ਲਗਾਤਾਰ ਉਹਨਾਂ ਜਥੇਬੰਦੀਆਂ ਦੇ ਆ ਰਹੇ ਨੇ। ਦੋਵੇਂ ਹਾਲਾਤਾਂ ਨੂੰ ਕਿਸ ਤਰ੍ਹਾਂ ਦੇਖਦੇ ਹੋ? ਦੇਖੋ, ਇੱਕ ਤਾਂ ਜਿਹੜਾ ਸਮਝੌਤਾ ਨਹੀਂ ਹੋਇਆ ਜੀ, ਜਿਹੜੇ ਕਿਸਾਨੀ ਜਿਹੜੇ ਮਤਲਬ ਐਗਰੀਕਲਚਰ ਜਿਹੜੇ ਲਾਅ ਸੀਗੇ, ਕਾਨੂੰਨ ਸੀ, ਜਿਹਨਾਂ ਨੂੰ ਕਾਲੇ ਕਾਨੂੰਨ ਕਿਹਾ ਜਾਂਦਾ ਸੀ, ਇਹਦੇ ਉੱਪਰ ਕੋਈ ਸਮਝੌਤਾ ਨਹੀਂ ਹੋਇਆ। ਸਰਕਾਰ ਨੇ ਜਿੰਨਾ ਵੀ ਜ਼ੋਰ ਲਾ ਸਕਦੀ ਸੀ ਲਾਇਆ, ਕਿਸਾਨਾਂ ਨੇ ਜਿੰਨਾ ਜ਼ੋਰ ਲਾ ਸਕਦੇ ਸੀ ਲਾਇਆ, ਉਹਨਾਂ ਨੇ ਯੂਨੀਲੈਟਰਲ ਵਿਡਰੋ ਕਰ ਲਿਆ ਜੀ। ਮਤਲਬ ਜਿਵੇਂ ਵਾਕ ਓਵਰ ਮਿਲ ਜਾਂਦਾ ਏਦਾਂ ਹੋਇਆ। ਪਰ ਇਹਨੂੰ ਲਾਈਟਲੀ ਨਹੀਂ ਲੈਣਾ ਚਾਹੀਦਾ ਕਿਉਂਕਿ ਉਹਨਾਂ ਨੇ ਇਸ ਗੱਲ ਨੂੰ, ਮੋਦੀ ਸਾਹਿਬ ਨੇ ਜਦੋਂ ਕਿਹਾ ਵੀ ਹੈ, ਜਿਹੜੀ ਮਾਫੀ ਵੀ ਮੰਗੀ ਹੈ ਉਹ ਕਿਸਾਨਾਂ ਤੋਂ ਨਹੀਂ ਮੰਗੀ। ਮਾਫੀ ਉਹਨੇ ਕਾਰਪੋਰੇਟਾਂ ਤੋਂ ਮੰਗੀ ਹੈ, ਦੁਨੀਆ ਤੋਂ ਮੰਗੀ ਹੈ ਕਿ ਅਸੀਂ ਕਿਸਾਨਾਂ ਨੂੰ ਸਮਝਾ ਨਹੀਂ ਸਕੇ। ਗੱਲ ਬੜੀ ਸਿਆਣੀ ਸੀ। ਦੀਵੇ ਵਰਗਾ ਸਾਫ਼ ਚਾਨਣ ਵੀ ਨਹੀਂ ਸਮਝਾ ਸਕੇ, ਮਤਲਬ ਇਹ ਵਰਡਿੰਗ ਸੀ ਜੇ ਤੁਸੀਂ ਸਮਝੋ ਤਾਂ। ਸੋ ਤੋਮਰ ਸਾਹਿਬ ਦਾ ਉਹ ਲਾਈਨ ਤਾਂ ਇੱਕ ਹੈਗੀ ਹੋਈ ਹੈ। ਦੂਜਾ ਬੀਜੇਪੀ ਦੀ ਜਾਂ RSS ਦੀ, ਉਹਨਾਂ ਦੀ ਜਿਹੜੀ ਇੱਕ ਮੈਂਟੈਲਿਟੀ ਹੈ, ਜਿਹੜਾ ਉਹਨਾਂ ਦਾ ਇੱਕ ਤਰੀਕਾ ਹੈ, ਜਿਹੜੀ ਉਹਨਾਂ ਦੀ ਸਿਆਸਤ ਹੈ, ਉਹਦੇ ਵਿੱਚ ਸਮਝੌਤੇ ਨਾਂ ਦੀ ਕੋਈ ਚੀਜ਼ ਨਹੀਂ ਹੈ। ਉਹ ਮਤਲਬ ਤੁਸੀਂ ਵਾਜਪਾਈ ਤੋਂ ਲੈਵਲ ਤੋਂ ਲਾ ਕੇ ਦੇਖ ਲਓ, ਉਹ ਸਿਸਟੇਮੈਟਿਕਲੀ ਉਸੇ ਚੀਜ਼ ਨੂੰ ਬਾਰ-ਬਾਰ ਉਹਦੀ ਰਿਪੀਟ ਕਰਦੇ ਰਹਿੰਦੇ ਜੀ। ਸੋ ਤੀਜੀ ਚੀਜ਼ ਇਹ ਹੈ ਕਿ ਕਾਰਪੋਰੇਟਾਂ ਦਾ ਏਜੰਡਾ ਸੀ, ਵਰਲਡ ਬੈਂਕ ਦਾ ਏਜੰਡਾ ਸੀ। ਇਹਨੂੰ ਇੰਨੀ ਜਲਦੀ ਉਹ ਛੱਡ ਨਹੀਂ ਸਕਣਗੇ। ਉਹੀ ਉਹਨਾਂ ਦੇ ਮਾਈ ਬਾਪ ਨੇ, ਉਹਨਾਂ ਨੇ ਪੈਸੇ ਲੈਣੇ ਨੇ, ਉਹਨਾਂ ਨੇ ਫੰਡਿੰਗ ਲੈਣੀ ਹੈ, ਉਹਨਾਂ ਦੇ ਸਿਰ ਤੇ ਰਾਜ ਭਾਗ ਚੱਲਦਾ ਸਾਰਾ। ਸੋ ਇਹਦੀ ਗੁੰਜਾਇਸ਼ ਪੂਰੀ ਹੈ।
ਜੀ ਜੇ ਮੋਰਚਾ ਖਿੰਡ ਗਿਆ ਮੰਨ ਲਓ ਤੱਕ ਤਾਂ ਆਪ ਨੂੰ ਹੋ ਹੀ ਗਿਆ, ਹੂੰ ਉਹਨਾਂ ਨੂੰ ਇਹ ਲੱਗਦਾ ਹੈ ਕਿਸੇ ਸਟੇਜ ਦੇ ਉੱਪਰ ਕਿ ਹੁਣ ਕੋਈ ਪ੍ਰੋਟੈਸਟ ਨਹੀਂ ਹੋਊਗਾ ਤਾਂ ਦੁਬਾਰਾ ਕਰ ਸਕਦੇ ਨੇ, ਇਹ ਕੋਈ ਵੱਡੀ ਗੱਲ ਨਹੀਂ। ਹੂੰ ਪਰ ਇਹ ਜਿਹੜਾ ਮੋਰਚਾ ਹੁਣ ਲੱਗਿਆ ਸੀ, ਜੋ ਕੁਝ ਵੀ ਹੋਇਆ ਸੀ, ਠੀਕ ਹੈ ਕਿ ਇੱਜ਼ਤ ਬਚ ਗਈ, ਪੰਜਾਬ ਦੀ ਇੱਜ਼ਤ ਬਚ ਗਈ, ਭੰਗੜੇ ਵੀ ਪੈ ਗਏ, ਸਾਰਾ ਕੁਝ ਹੋ ਗਿਆ, ਪਰ ਇਹ ਫਾਈਨਲ ਮੈਚ ਨਹੀਂ ਸੀਗਾ, ਹੂੰ ਇਹ ਸੈਮੀ ਫਾਈਨਲ ਸੀ। ਹੂੰ ਅਜੇ ਫਾਈਨਲ ਮੈਚ ਹੋਣਾ ਹੈ। ਹੂੰ ਹਿੰਦੁਸਤਾਨ ਦੀ ਸਾਰੀ ਕਿਸਾਨੀ ਨੇ ਜੇ ਬਚਣਾ ਹੈ, ਜੇ ਇਹਨੂੰ ਆਪਣੀ ਬਚਾਉਣੀਆਂ ਨੇ, ਖੇਤਾਂ ਨੂੰ ਬਚਾਉਣਾ ਹੈ, ਫਸਲਾਂ ਨੂੰ ਬਚਾਉਣਾ ਹੈ, ਜਾਂ ਜਿਹੜੀ ਇੱਕ ਪਿੰਡ ਦੇ ਸੱਭਿਆਚਾਰ ਨੂੰ ਬਚਾਉਣਾ ਹੈ ਸ਼ਹਿਰੀ ਸਿਵਲਾਈਜੇਸ਼ਨ ਤੋਂ, ਤਾਂ ਇਹ ਇੱਕ ਹੋਰ, ਚਾਹੇ ਸਰਕਾਰ ਨਾਲ ਹੋ ਜਾਵੇ, ਹੋਰ ਨਾ ਹੋ ਜਾਵੇ, ਇੱਕ ਸੰਘਰਸ਼ ਹੋਰ ਹੋਊਗਾ। ਇਸ ਸੰਘਰਸ਼ ਨਾਲ ਉਹਦੇ ਬੀਜ ਬੀਜੇ ਗਏ ਜੀ, ਪਰ ਉਹ ਵੀ ਪਿੱਛੇ ਨਹੀਂ ਹਟ ਰਹੇ। ਮਤਲਬ ਇਹ ਹੈ ਕਿ ਦੇਖੋ, ਸਰਕਾਰ ਦਾ, ਜੇ ਆਪਾਂ ਵੀ ਸਰਕਾਰ ਦੇ ਵਿੱਚ ਹੋਈਏ, ਜੇ ਜਿਹੜੀ ਚੀਜ਼ ਉਹਨਾਂ ਨੂੰ ਠੀਕ ਲੱਗਦੀ ਹੈ ਉਹ ਕਰਨ ਦੀ ਕੋਸ਼ਿਸ਼ ਕਰਨਗੇ, ਐਸੀ ਕੋਈ ਗੱਲ ਨਹੀਂ ਹੈ। ਤੇ ਇਹ ਜਿਹੜਾ ਵਿੱਚੋਂ ਜਿਸ ਤਰ੍ਹਾਂ ਉਹ ਪਹਿਲਾਂ ਹੋਇਆ ਸੀ ਨਾ, ਇੱਕ ਪੁਰਾਣਾ ਸਿੱਖ ਹਿਸਟਰੀ ਦੇ ਵਿੱਚ ਆਉਂਦਾ ਹੈ, ਕੋਪਰੇ ਹੀੜੇ ਦੇ ਵਿੱਚ ਅਬਦਾਲੀ ਨਾਲ ਸਿੱਖਾਂ ਦਾ ਝਗੜਾ ਹੋਇਆ ਸੀਗਾ, ਉਹਨੂੰ ਵੱਡਾ ਘੱਲੂਘਾਰਾ ਕਹਿੰਦੇ ਨੇ ਜੀ। ਉਹਦੇ ਵਿੱਚ ਜਦੋਂ ਸਿੱਖ ਜਥੇਦਾਰਾਂ ਨੂੰ ਪੁੱਛਿਆ ਗਿਆ ਸੀ ਤਾਂ ਉਹਨਾਂ ਨੇ ਕਿਹਾ ਵੀ ਕੀ ਹੋਇਆ, ਉਹ ਕਹਿੰਦੇ ਕੋਈ ਗੱਲ ਨਹੀਂ, ਕੱਚਾ ਪਿੱਲਾ ਝੜ ਗਿਆ। ਸੋ ਇਹ ਪੰਜਾਬ ਦੀ ਜਿਹੜੀ ਹਿਸਟਰੀ ਹੈ ਨਾ, ਇਸ ਰੀਜਨ ਦੀ, ਨਾਰਥ ਇੰਡੀਆ ਦੀ ਵੀ ਲਾ ਲਓ, ਉਹਦੇ ਵਿੱਚ ਜੇ ਕੁਝ ਹਿੱਸਾ ਛੱਡ ਕੇ ਇਲੈਕਟੋਰਲ ਪੋਲਿਟਿਕਸ ਤੇ ਚਲਿਆ ਗਿਆ, ਉੱਥੇ ਕਾਮਯਾਬ ਹੋ ਗਿਆ ਜਾਂ ਫੇਲ ਹੋ ਗਿਆ, ਇਹਦੇ ਨਾਲ ਬਹੁਤ ਵੱਡਾ ਫਰਕ ਨਹੀਂ ਪੈਣਾ। ਜਿਹੜਾ ਵੱਡੀ ਸੰਘਰਸ਼ ਦੀ ਕੈਨਵਸ ਹੈ, ਉਹਦੇ 'ਚ ਦੋਨੇ ਧਿਰਾਂ ਜੇ ਆਪੋ ਆਪਣੀ ਪੋਜੀਸ਼ਨ ਤੇ ਖੜੀਆਂ ਨੇ ਜੀ। ਪਰ ਇਹ ਹੈ ਵੀ ਗੁੱਡ ਸੈਂਸ ਪ੍ਰਵੇਲ ਕਰੇ, ਪ੍ਰਮਾਤਮਾ ਨੇ ਤੇ ਕਿਰਪਾ ਕਰੇ, ਉਹ ਕੇਸ ਕੂਸ ਵਾਪਸ ਲੈ ਲੈਣ, ਸਮਝੌਤੇ ਨੂੰ ਆਨਰ ਕਰ ਲੈਣ ਜੀ। ਪਹਿਲਾਂ ਹੀ ਸਰਕਾਰ ਦੇ ਇਮੇਜ ਦੇ ਤੌਰ ਤੇ ਇਸ ਸੰਘਰਸ਼ ਨੇ ਬਹੁਤ ਡੈਮੇਜ ਕੀਤਾ ਹੈ। ਮੋਦੀ ਸਾਹਿਬ ਦੇ ਖਿਲਾਫ ਜਿੱਥੇ ਕੋਈ ਇੱਕ ਲਫ਼ਜ਼ ਨਹੀਂ ਸੀ ਬੋਲਦਾ, ਉੱਥੇ ਮੇਰੇ ਖਿਆਲ ਦੇ ਵਿੱਚ ਇਹ ਹੈ ਕਿ 90% ਲੋਕਾਂ ਦੇ ਮਨਾਂ ਦੇ ਵਿੱਚ ਉਹਨਾਂ ਦੀ ਕ੍ਰੈਡੀਬਿਲਿਟੀ ਜ਼ੀਰੋ ਕੀਤੀ ਹੈ ਜੀ। ਪਰ ਆਉਣ ਵਾਲੇ ਸਮੇਂ ਦੇ ਵਿੱਚ ਜਿੰਨੀਆਂ ਕੁ ਗੱਲਾਂ ਇਹਨਾਂ ਦੀਆਂ ਹੋਈਆਂ ਨੇ, ਪਿੰਗੀਆਂ ਟੇਟੀਆਂ ਆਪਸ ਵਿੱਚ ਕੇਸ ਵਾਪਸ ਕਰਨ ਦੀ, MSP ਦੀ, ਜੇ ਇਹ ਨਹੀਂ ਸਿਰੇ ਚੜ੍ਹਦੀਆਂ ਤਾਂ ਮੇਰਾ ਨਹੀਂ ਖਿਆਲ ਕੋਈ ਇਹ ਤੋਂ ਵੱਡੇ ਸੰਘਰਸ਼ ਨੂੰ ਕੋਈ ਰੋਕ ਸਕੂਗੀ ਕੋਈ ਸ਼ਕਤੀ। ਸੋ ਇਹ ਗੁੰਜਾਇਸ਼ ਅਜੇ ਪਈ ਹੈ, ਪਰ ਇਹ ਮੰਨ ਕੇ ਚੱਲਣਾ ਚਾਹੀਦਾ ਹੈ ਜੀ। ਭੱਟੀ ਸਾਹਿਬ, ਤੁਸੀਂ ਸਮਾਂ ਦਿੱਤਾ, ਬਹੁਤ ਬਹੁਤ ਸ਼ੁਕਰੀਆ। ਇਹ ਸਨ ਸਾਡੇ ਨਾਲ ਪ੍ਰੋਫੈਸਰ ਹਰਵਿੰਦਰ ਸਿੰਘ ਭੱਟੀ ਜੀ, ਜਿਨ੍ਹਾਂ ਨੇ ਅੱਜ ਦੇ ਮੁੱਦਿਆਂ ਤੇ ਆਪਣੇ ਵਿਚਾਰ ਰੱਖੇ ਨੇ। ਇਹਨਾਂ ਮੁੱਦਿਆਂ ਤੇ ਤੁਹਾਡੇ ਕੀ ਵਿਚਾਰ ਨੇ, ਕਮੈਂਟ ਕਰਕੇ ਜ਼ਰੂਰ ਦੱਸਣਾ। ਅਗਲੀ ਵਾਰ ਕਿਸੇ ਹੋਰ ਮੁੱਦੇ ਤੇ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ। ਉਦੋਂ ਤੱਕ ਦਿਓ ਆਗਿਆ, ਰੱਬ ਰਾਖਾ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਅਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਬਨੇਰਾ TV ਅਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਤੇ ਕਲਿੱਕ ਕਰੋ।